बिस्मिल्लाहिर्रहमानिर्रहीम। अस्सलाम वालेकुम फ्रेंड्स, कैसे हैं आप सब लोग। उम्मीद करता हूँ आप सब लोग खैर खैरियत से होंगे। मैं हूं शेख अब्बास और आप देख रहे हैं मेरा यूट्यूब चैनल। तो फ्रेंड्स, आज हम एक और कैटल फार्म पे मौजूद हैं। उनके ऑनर हमारे साथ हैं, उनसे आपकी मुलाकात करवाते हैं और उनसे पूछते हैं कि ये काम करते उन्हें कितना अर्सा हो गया। अस्सलाम वालेकुम सर जी। जी वालेकुम सलाम। क्या हाल चाल है सर? क्या हाल खैरियत सर, सब तो पहले ते अपना नाम और अपने फार्म की लोकेशन दस दो। मेरा सर नाम है इरफान अहमद सिंधु। माशाल्लाह, बेसिकली मैं लॉयर है, एडवोकेट ठीक हो गया। ते नाल उस मेरा नाल शौक भी है। जबरदस्त, इरफान कैटल फार्म के नाम तो मेरा फार्म है। ठीक हो गया। मौजा बूटे वाला, सही है, तहसील जिला मुल्तान। माशाल्लाह। सर जी, होर दुनिया च काफी सारे कारोबार सी, तुसी इस कारोबार ਨੂੰ ਕਿਵੇਂ ਚੂਜ਼ ਕੀਤਾ? बस शुरू तो मैंने ये शौक सी, मैंने बचपन तो शौक सीगा इन्हां ठीक दा है, बछड़ियां दा। सही है। ते ਉਹ ਚੁਕੇ ਨਾਲ ਆਪਣਾ ਫਾਰਗ ਹੋ ਗਈ ਯੂਨੀਵਰਸਿਟੀ ਤੋਂ जी जी ਨਾਲ ਚੁਕੇ ਲਾਇਰਿੰਗ जी जी, ਜਾਨੇ ਕੋਰਟ ਜਾਣੇ ਤੇ ਨਾਲ ਇਹ ਮੇਰਾ ਸ਼ੌਕ ਵੀ ਹੈ, ਕਾਰੋਬਾਰ ਵੀ ਹੈ। ठीक है ਤੇ माशाल्लाह। ਜਿੱਥੇ ਕਾਰੋਬਾਰ ਨਾਲ ਸ਼ੌਕ प्लस हो जाए ਪਲੱਸ ਹੋ ਜਾਏ ਉਹ ਮੇਰੇ ਖਿਆਲ ਨਾਲ ਬਿਹਤਰ ਜ਼ਿਆਦਾ ਹੈ। ਬਿਹਤਰ ਅੱਲਾਹ ਹੋ ਤਾਲਾ ਮਿਹਰਬਾਨੀ ਕਰਦਾ ਹੈ। बिल्कुल बेशक। ਜੀ ਜੀ। अच्छा सर, ਜਦੋਂ ਤੁਸੀਂ ਸਟਾਰਟ ਕੀਤਾ ਸੀ ਉਦੋਂ ਕਿੰਨੇ ਜਾਨਵਰ ਤੋਂ ਸਟਾਰਟ ਕੀਤਾ ਸੀ? ਮੈਂ ਤਕਰੀਬਨ ਕੋਈ 30 ਐਗਜ਼ਾਮ ਤੋਂ ਸਟਾਰਟ ਕੀਤਾ ਸੀਗਾ, ਮਾਸ਼ਾਅੱਲਾ। ਤਕਰੀਬਨ ਕੋਈ 8-10 ਸਾਲ ਪਹਿਲੇ। ठीक हो गया, ਤੇ ਉਹ ਮੈਨੂੰ ਮਹਿਸੂਸ ਹੋਇਆ ਕਿ ਇਹ ਬਿਹਤਰ ਹੈ ਕੰਮ। ठीक है, ਬਾਕੀ तमाम जितने भी कारोबार ने, जी जी एक तो हलाल काम है, जी जी, बिल्कुल अल्लाह ताला भी बरकत पांदा है। बेशक। ते बेहतर है उदों मैं स्टार्ट किया तकरीबन 30 जानवर तो। अच्छा माशाल्लाह, जबरदस्त। तो सर इस टाइम मौजूदा कितने जानवर है? ऐसा मौजूदा मेरे को तकरीबन 300 350 का है पूरा फार्म है। ठीक है, ਤੇ ਇਹ ਇਸ ਤਰ੍ਹਾਂ ਕਿ ਜਾਨਵਰ ਨਵੇਂ ਆਉਂਦੇ ਰਹਿੰਦੇ ਨੇ ਤੇ ਹਰ ਹਫਤੇ ਜਾਂਦੇ ਰਹਿੰਦੇ ਨੇ, ਮਤਲਬ ਵੀਕਲੀ 30 35 40 ਜਾਨਵਰ ਆ ਜਾਂਦੇ ਨੇ जी जी, ਤੇ 30 35 ਜਾਨਵਰ ਵੀਕਲੀ सेल आउट। अच्छा, ए यानी कि ਤੁਸੀਂ ਹਰ ਜਿਹੜਾ ਨਾ ਵੀਕਲੀ ਤੁਸੀਂ ਵੀਕਲੀ 30 35 40 30 35 40 ਜਾਨਵਰ ਵੀਕਲੀ ਜਾ ਰਹੇ ਨੇ। ਸਲਟ ਕਰਵਾਉਂਦੇ ਅਸੀਂ ਜ਼ਬਰਦस्त, ਲਾਹੌਰ। ਜ਼ਬਰਦस्त ਸਰ, ਇਹ ਤੇ ਬਹੁਤ ਜ਼ਬਰਦस्त ਇੱਕ ਨਿਊ ਗੱਲ ਸਾਨੂੰ ਦੇਖਣ ਨੂੰ ਮਿਲੀ ਹੈ, ਜੀ। ਕਿਉਂਕਿ ਕਾਫੀ ਸਾਰੇ ਲੋਕ ਤੇ ਦੇਖ ਰਹੇ ਨੇ ਕਿ ਬੱਚਾ ਫਾਰਮਿੰਗ ਹੈ ਜੀ, ਉਹ ਅੱਜ ਰੱਖ ਰਿਹਾ ਤੇ 3 ਮਾਹ ਬਾਅਦ ਹੀ ਉਹਦੇ ਕੋਲੋਂ ਅਰਨਿੰਗ ਆ ਰਹੀ ਹੈ। ਨਹੀਂ ਨਹੀਂ, ਇਹ 3 ਮਾਹ ਬਾਅਦ ਹੀ ਆਂਦੀ ਹੈ। ਠੀਕ ਹੈ, ਸਾਈਕਲ ਬਣ ਗਿਆ 3 ਮਾਹ 3 ਜੀ ਮਹੀਨੇ। ਜੀ, ਮਤਲਬ ਕਿ ਇਹ ਤੁਸੀਂ ਅਗਰ ਇੱਧਰ ਦੇਖੋ ਇਸ ਜਗ੍ਹਾ ਤੇ ਉਹ ਅੱਜ ਜਿਹੜਾ ਬੱਚਾ ਆਏਗਾ। ਬੱਚੇ ਆਏਗਾ ਠੀਕ ਹੈ, ਉਹ ਇਧਰੋਂ ਜਾਂਦੇ ਇਧਰੋਂ ਵਾਪਸ ਆ ਕੇ ਇਸ ਸ਼ੈਡ ਨੰਬਰ 6 ਦੇ ਵਿੱਚ ਆ ਕੇ ਆਪਣੇ 90 ਡੇਜ਼ ਪੂਰੇ ਕਰ ਲੇਗਾ। ਠੀਕ ਹੈ। ਇਧਰੋਂ ਆਪਣਾ ਇਸ ਜਿਹੜੇ ਹਫਤੇ 90 ਦਿਨ ਉਹ ਚਲੇ ਜਾਣਗੇ ਪਿੱਛੇ ਜਿਹੜਾ ਇਹ ਫਰਜ਼ ਕਰੋ ਹੁਣ 40 ਜਾਨਵਰ ਅੱਜ ਗਿਆ ਹੈ, ਠੀਕ ਹੈ। 40 ਉਦੋਂ ਨਵਾਂ ਆ ਗਿਆ। ਠੀਕ ਹੈ, ਉਹਨੇ ਵੀ ਆਹਿਸਤਾ ਇੱਧਰ ਹੀ ਆਉਂਦੇ ਆਹਿਸਤਾ ਜਾਣਾ। ਸਾਈਕਲ ਪੂਰਾ ਕਰਨਾ ਹੈ। ਜ਼ਬਰਦस्त, ਸਾਈਕਲ 90 ਡੇਜ਼ 100 ਡੇਜ਼ ਤੋਂ ਇਲਾਵਾ ਜਿਹੜਾ ਉਹ ਫਾਰਮਿੰਗ ਮੁਨਾਸਿਬ ਵੈਸੇ ਵੀ ਨਹੀਂ ਹੈ, ਨਾਲੇ ਬਹੁਤ ਲੋਕਾਂ ਚ ਲਾਸ ਕੀਤਾ ਹੈ ਡਾਇਰੈਕਟ ਮੰਡੀਆਂ ਚ ਲੈ ਕੇ, ਕਿਉਂਕਿ ਜਿਹੜਾ ਮੰਡੀ ਦਾ ਜਾਨਵਰ ਹੁੰਦਾ ਹੈ ਉਹਦੀ 42 43 40% ਐਵਰੇਜ ਆਉਂਦੀ ਮੀਟ ਦੀ। ਠੀਕ ਹੈ। ਫਾਰਮ ਦਾ ਜਿਹੜਾ ਪਲਿਆ ਜਾਨਵਰ ਹੈ ਉਹਦੀ ਐਵਰੇਜ ਅੱਲਾਹ ਤਾਲਾ ਦੇ ਮਿਹਰਬਾਨੀ ਨਾਲ ਤਕਰੀਬਨ 52 55 ਬਲਕਿ ਬਾਜ਼ ਦਫਾ ਤਾਂ ਅਸੀਂ 58% ਤੱਕ ਵੀ 60% ਤੱਕ ਵੀ ਉਹਦਾ ਮੀਟ ਲਿਆ ਹੈ। ਮਾਸ਼ਾਅੱਲਾ, ਜ਼ਬਰਦस्त। ਕਿਉਂਕਿ ਜਿਹੜਾ ਮੰਡੀਆਂ ਚੋਂ ਆਂਦਾ ਉਹ ਸਾਰਾ ਪਲਿਆ ਹੁੰਦਾ ਪੱਠਿਆਂ ਤੇ ਘਾਸ ਤੇ, ਇੱਥੇ ਆਣ ਕੇ ਸਾਨੂੰ ਸੈਲੇਜ ਪਾਣੇ ਤੇ ਵੰਡਾ ਪਾਣੇ, ਇਸ ਵਜ੍ਹਾ ਮੀਟ ਦੀ ਉਹਦੇ ਜ਼ਿਆਦਾ ਹੁੰਦੀ ਹੈ। ਠੀਕ ਹੋ ਗਿਆ। ਅੱਛਾ ਸਰ, ਹੁਣ ਇਸ ਕੰਮ ਦੇ ਬਾਰੇ ਚ ਤੁਹਾਡੇ ਕੋਲ ਇਹ ਪੁੱਛੀਏ, ਮੇਨ ਜਿਹੜੀਆਂ ਕੁਝ ਸਵਾਲ ਨੇ ਕਿ ਜਦੋਂ ਤੁਸੀਂ ਮੰਡੀ ਚੋਂ ਜਾਨਵਰ ਲੈਂਦੇ ਹੋ ਕਿਸ ਵੇਟ ਦਾ ਲੈਂਦੇ ਹੋ ਔਰ ਜਾਨਵਰ ਦੀ ਸਿਲੈਕਸ਼ਨ ਕੀ ਵੇਖ ਕੇ ਕਰਦੇ ਹੋ? ਅਸੀਂ ਆਮਨੇ ਸਾਹਮਣੇ ਲੈਂਦੇ ਹਾਂ ਜਾਨਵਰ, ਹਾਂਜੀ, ਕੰਡੇ ਤੋਂ ਨਹੀਂ ਲੈਂਦੇ। ਠੀਕ ਹੈ, ਤੇ ਤਕਰੀਬਨ ਜਿਹੜਾ ਅੱਛਾ ਜਾਨਵਰ ਹੋਵੇ, ਜੀ ਜੀ, ਵਲੈਤੀ ਨਾ ਹੋਵੇ ਠੀਕ ਹੈ, ਜਾਂ ਦੇਸੀ ਜਾਂ ਕ੍ਰਾਸ ਹੋਵੇ, ਠੀਕ ਹੈ, ਤੇ ਉਹ ਜਾਨਵਰ ਲਈਦਾ ਹੈ। ਤੇ ਉਹ ਤਕਰੀਬਨ ਕੋਈ 3 ਮਣ 3.5 ਮਣ 4 ਮਣ ਗੋਸ਼ਤ, ਠੀਕ ਹੈ, ਮਤਲਬ ਲਾਈਵ weight ਉਹ ਅਸੀਂ 6 ਮਣ ਤੋਂ ਲੈ ਕੇ ਤੇ 8 ਮਣ ਤੱਕ ਲੈਂਦੇ ਹਾਂ। ਠੀਕ ਹੈ। 6 ਮੰਥ ਤੋਂ ਲੈ ਕੇ 8 ਮੰਥ ਤੱਕ ਲਾਈਵ ਵੇਟ ਲੈਂਦੇ। ਲਾਈਵ ਵੇਟ ਜਿਹਦੇ ਗੋਸ਼ਤ ਜੇ 6 ਮਣ ਦਾ ਹੋਏਗਾ ਉਹਦੇ 3 ਮਣ ਗੋਸ਼ਤ ਹੋਏਗਾ, ਜਿਹੜਾ 8 ਮਣ ਦਾ ਹੋਏਗਾ ਉਹਦੇ ਰਾਉਂਡ ਅਬਾਊਟ 4 ਮਣ ਗੋਸ਼ਤ ਹੋਏਗਾ। 50-50 ਤੁਸੀਂ ਲੈ ਰਹੇ ਤਕਰੀਬਨ ਹਾਂਜੀ। ਠੀਕ ਹੋ ਗਿਆ। ਅੱਛਾ ਸਰ, ਜਦੋਂ ਤੁਸੀਂ ਫਾਰਮ ਤੇ ਲੈ ਕੇ ਆਉਂਦੇ ਹੋ ਜਾਨਵਰ ਤੇ ਸਭ ਤੋਂ ਪਹਿਲੇ ਉਹਦੀ ਕਿਹੜੀ ਟ੍ਰੀਟਮੈਂਟ ਹੁੰਦੀ ਹੈ? ਡਿਵਰਮਿੰਗ ਕਰਨੇ ਆ। ਠੀਕ ਹੋ ਗਿਆ। ਆਂਦੇ ਸਨ ਨਾਲੇ ਫਿਰ ਮੌਸਮ ਵੇਖ ਕੇ ਜਿਸ ਚੀਜ਼ ਦਾ ਮੌਸਮ ਹੋਇਆ ਉਹ ਹੀ ਅਸੀਂ ਉਹਨੂੰ ਆਪਣਾ ਉਹਦੀ ਵੈਕਸੀਨ ਜਿਹੜਾ ਸਾਡੇ ਮੁਤਲਕਾ ਡਾਕਟਰ ਨੇ ਵੈਟਰਨਰੀ ਉਹਨੂੰ ਬੁਲਾ ਕੇ ਤੇ ਉਹ ਅਗਰ ਸਰਕਾਰੀ ਕਦੀ ਆ ਜਾਂਦੀ ਹੈ, ਅਗਰ ਉਹ ਨਾ ਆਵੇ ਤਾਂ ਫਿਰ ਪ੍ਰਾਈਵੇਟ ਅਸੀਂ अपना वेटरी स्टोर तो ले आके तो करवा लें, अगर मुख खोर दिए तो मुख खोद करवा लेने, चौड़े मारे चौड़े में करवा लेने, ठीक हो गल कटो चूंकि साइकिल है पूरे साल का। हाँ जी हाँ जी, कुछ महीने मौसम वाइज वो ਅਸੀਂ वैक्सीन करा के ते ठीक हो गया सर, बेहतर है। अच्छा सर ए ਤੁਸੀਂ ਦੱਸਾ ਹੁਣ ਪਰ ਡੇ ਜਿਹੜਾ ਨਾ जी जी ਇੱਕ ਜਾਨਵਰ ਤੇ ਖਰਚਾ ਕਿੰਨਾ ਕਰ ਰਹੇ ਹੋ?
ਪਰ ਡੇ ਅਰਾਊਂਡ ਅਬਾਊਟ ਤਕਰੀਬਨ ਤੁਸੀਂ 15,000 ਰੁਪਇਆ 12 ਤੋਂ 15,000 ਰੁਪਇਆ ਪਰ ਮੰਥ ਖਰਚਾ ਆ ਜਾਂਦਾ ਹੈ पर मंथ? ਪਰ ਮੰਥ। ठीक हो गया। तकरीबन- ਇਹਦੇ ਵਿੱਚ ਸਰ ਜੀ ਤੁਹਾਡੀ ਲੇਬਰ तमाम चीजें। फार्म के टोटल अखराजात? टोटल अखराजात, लेबर चार्जेस, सैलरी वंडा। जी जी जी, यानी कि 500 रुपए डेली ਦਾ ਮੈਕਸਿਮਮ? 500 600 500 600 ਖਰਚਾ ਆ ਜਾਂਦਾ ਹੈ। ਅੱਛਾ ਸਰ, ਤੇ 3 ਮਹੀਨਿਆਂ ਦੇ ਵਿੱਚ 45,000 ਰੁਪਏ ਤੁਸੀਂ ਇੱਕ ਜਾਨਵਰ ਤੇ ਤਕਰੀਬਨ 40 ਕਹਿ ਸਕਦੇ 40 ਤੋਂ 45। 40 ਤੋਂ 45 ਹੋ ਗਿਆ ਜੀ ਜੀ। ਤੇ ਜਾਨਵਰ ਜਿਸ ਟਾਈਮ ਤੁਸੀਂ ਲੈਂਦੇ ਹੋ ਮੈਕਸਿਮਮ ਕਿੰਨੇ ਕੁ ਦਾ ਹੁੰਦਾ ਇੱਕ ਜਾਨਵਰ ਜਿਹੜਾ ਜਾਨਵਰ ਅੱਜ 6 ਕੱਲ੍ਹ- ਮੰਥ ਦਾ ਹੈ, ਤੁਸੀਂ ਲਾਈਵ ਵੇਟ ਲੈ ਰਹੇ ਹੋ? ਚੂੰਕਿ ਮਹਿੰਗਾਈ ਹੈ, ਜਾਨਵਰ ਆਪਣਾ ਮਿਲਦਾ ਹੈਗਾ 1,30,000 1,40,000 1,50,000। ठीक है, मतलब राउंड अबाउट से 1,40,000 ला दो या 1,50,000। ठीक है, 1.5 लाख हाँ, रुपए। 1.5 लाख तकरीब जी। ठीक हो गया। ਤੇ ਤਕਰੀਬਨ 45,000 ਰੁਪਏ ਉੱਪਰ ਖਰਚਾ ਹੋ ਗਿਆ जी जी। ਤਕਰੀਬਨ 2 ਲੱਖ ਦੇ ਕਰੀਬ ਤੁਹਾਨੂੰ ਤਿਆਰ ਹੋ ਗਿਆ ਤੁਹਾਡੇ ਤਿਆਰ ਹੋ ਕੋਲ 3 ਮਹੀਨੇ 3 ਮਹੀਨੇ ਤੇ ਮੈਕਸਿਮਮ ਉਹਦੇ ਤੇ ਪ੍ਰੋਫਿਟ ਜਿਹੜੀ ਇੱਕ ਜਾਨਵਰ ਤੇ 2 ਲੱਖ ਤੁਸੀਂ ਇਨਵੈਸਟ ਕੀਤਾ ਜੀ ਜੀ। ਤੇ ਪ੍ਰੋਫਿਟ ਮੈਕਸਿਮਮ ਕਿੰਨੀ ਕੁ ਲੈ ਲੈਂਦੇ ਹੋ प्रॉफिट रेशियो ਦੇ शेख साहब ਇਹ ਹੈ ਕਿ ਬਹੁਤ ਸਾਰੇ ਲੋਕ ਬਹੁਤ ਪ੍ਰੋਫਿਟ ਆਉਂਦੇ ਨੇ, ਜੀ ਜੀ ਬਹੁਤ ਘੱਟ ਆਉਂਦੇ, ਲੇਕਿਨ ਮੇਰੇ ਖਿਆਲ ਨਾਲ ਸਭ ਉਹ ਐਵੇਂ ਗੱਲਾਂ ਹੀ ਨੇ ਫਰਜ਼ੀ। ਜੀ ਜੀ ਅਸੀਂ ਜਿਹੜਾ ਮੈਂ ਕੀਤਾ ਕੈਲਕੂਲੇਟ ਉਹ 10 ਤੋਂ 15,000 ਰੁਪਏ ਪਰ ਜਾਨਵਰ ਕੀਤਾ ਹੈ ਇਹਦਾ। ਠੀਕ ਹੋ ਗਿਆ। ਉਹ ਆ ਜਾਂਦਾ ਉਹ ਇਸ ਤਰ੍ਹਾਂ ਹੂੰ ਕਿ ਜਦੋਂ ਫਰਜ਼ ਕਰੋ ਪੂਰੀ ਗੱਡੀ ਇੱਕ ਜਾਂਦੀ ਸਾਡੀ, ਉਹਦੇ ਚੋਂ ਕੋਈ ਜਾਨਵਰ ਐਸਾ ਵੀ ਹੁੰਦਾ ਹੈ ਉਹ ਸਾਨੂੰ 45 ਤੋਂ 50,000 ਰੁਪਏ ਦੇ ਜਾਂਦਾ ਪ੍ਰੋਫਿਟ। ਠੀਕ ਹੋ ਗਿਆ। ਈਵਨ ਕਿ ਕਈਆਂ ਜਾਨਵਰਾਂ ਨੇ 70,000 ਰੁਪਏ ਪ੍ਰੋਫਿਟ ਦਿੱਤਾ ਹੈ। ਜ਼ਬਰਦਸਤ। मतलब कोई 50,000 दे गया, कोई 30 दे गया, कोई 10 दे गया ਤੇ ਕੋਈ 2,000 ਦੇ ਗਿਆ ਤੇ ਕਈ ਫਿਰ ਮਤਲਬ ਕਿ ਐਸੇ ਹੁੰਦੇ ਨੇ ਕਿ ਉਹ ਬਰਾਬਰ ਜਾਂਦੇ ਨੇ। ਉਹ ਫਿਰ ਅਸੀਂ ਐਗਰੀਗੇਟ ਕਰਕੇ ਉਹਨੂੰ 10 ਤੋਂ 15,000 ਐਵਰੇਜ ਲੈ ਆਉਂਦੇ। ਐਵਰੀ ਕਰ ਲੈਂਦੇ 10 ਤੋਂ 15,000 ਰੁਪਏ। ਤੇ ਸਰ ਜਿਹੜਾ ਤੁਸੀਂ ਹੁਣ ਦੱਸਿਆ ਕਿ ਕੋਈ ਜਾਨਵਰ ਤੁਹਾਨੂੰ 50 ਤੋਂ 60,000 ਵੀ ਪ੍ਰੋਫਿਟ ਦੇ ਜੀ ਦਿੰਦਾ, ਜੀ। ਉਹਦੀ ਵਜ੍ਹਾ ਕੀ ਹੈ, ਕਿਸ ਹਿਸਾਬ ਨਾਲ? ਉਹਦੀ ਵਜ੍ਹਾ ਸਰ ਇਹ ਵੀ ਲਾਈਫ ਸਟਾਈਲ ਦਾ ਕੰਮ ਹੈ, ਜੀ ਜੀ ਜਾਨ ਹੈ। ਜੀ ਜੀ ਜਿਸ ਤਰ੍ਹਾਂ ਕਈ ਬੰਦੇ ਚ ਹੁੰਦਾ ਹੈ ਹਾਂਜੀ। ਉਹ ਰੋਟੀ ਇੱਕ ਖਾਂਦੇ ਨੇ ਕਿ ਬਹੁਤ ਮੋਟੇ ਹੁੰਦੇ ਨੇ, ਤੇ ਕਈ ਉਹ ਰੋਟੀਆਂ 15 ਖਾ ਜਾਂਦੇ ਨੇ ਜਾਨ ਨਹੀਂ ਬਣਦੀ। ਜਾਨ ਨਹੀਂ ਬਣਦੀ। ਇਸ ਇਹਨਾਂ ਚ ਇਹ ਹਿਸਾਬ ਹੈ। ਠੀਕ ਹੋ ਗਿਆ, ਜ਼ਬਰਦਸਤ। ਲੇਕਿਨ ਮੈਕਸਿਮਮ ਚੱਲਦੇ ਕੋਈ ਜਨ ਹੁੰਦਾ ਉਹ ਤੇ ਗਰੋਥ ਬਹੁਤ ਜ਼ਿਆਦਾ ਹੁੰਦੀ ਹੈ ਉਹਦੇ ਤੌਰ ਤੇ। ਉਹ ਇਸ ਤਰ੍ਹਾਂ ਕਿ ਉਹਨਾਂ ਨੇ ਦੁੱਧ ਅੱਛਾ ਪੀਤਾ ਹੁੰਦਾ ਹੈ, ਗਾय ਦਾ ਦੁੱਧ ਜਿੱਥੋਂ ਜਿਸ ਬੰਦੇ ਕੋਲ ਜਾਂ ਜਿਹੜਾ ਬੰਦਾ ਸਾਨੂੰ ਦਿੰਦਾ ਹੈ ਜੀ 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 ਉਹ ਦੁੱਧ ਨੂੰ ਅੱਛਾ ਪੀਤਾ ਹੁੰਦਾ ਹੈ ਤੇ ਗਰੋਥ ਉਹਦੀ ਅੱਛੀ ਹੁੰਦੀ ਹੈ। ਅੱਛੀ ਹੁੰਦੀ। ਜਿਵੇਂ ਵਡੇਰਿਆਂ ਕੋਲ ਅਸੀਂ ਆਪਣਾ ਸੁਣਦੇ ਅੱਜ ਤੱਕ ਕਿ ਜੀ ਮਾਂ ਦੁੱਧ ਦੀ ਤਾਕਤ 40 ਸਾਲ ਤੱਕ ਰਹਿੰਦੀ ਹੈ, ਬਿਲਕੁਲ। ਤੇ ਜਿਹੜੇ ਬੱਚੇ ਨੇ ਅੱਛਾ ਦੁੱਧ ਆਪਣੀ ਮਾਂ ਦਾ ਪੀਤਾ ਹੋਏਗਾ ਉਹਦੀ ਗਰੋਥ ਬਹੁਤ ਤੇਜ਼ੀ ਨਾਲ ਹੁੰਦੀ ਹੈ। ਤੇ ਜਿਹੜੇ ਲੋਕ ਦੁੱਧ ਵਿੱਚ ਦੇ ਸ਼ੌਕੀਨ ਹੁੰਦੇ ਨੇ ਉਹ ਫਿਰ ਬੱਚਾ ਬਹੁਤ ਆਹਿਸਤਾ ਬਹੁਤ ਸਲੋ ਵੱਧਦਾ ਜੀ। ਠੀਕ ਹੋ ਗਿਆ। ਅੱਛਾ ਸਰ, ਹੁਣ ਬਿਹਤਰ ਮੰਡੀ ਕਿਹੜੀ ਲੱਗਦੀ ਹੈ ਜਿੱਥੋਂ ਤੁਸੀਂ ਸਰ ਜਾਣਦੇ? ਮੰਡੀਆਂ ਸਾਰੀਆਂ ਹੀ ਬਿਹਤਰ ਨੇ। ਅੱਛਾ। ਮੁਲਤਾਨ ਮੰਡੀ ਵੀ ਬਿਹਤਰ ਹੈ, ਮੁਲਤਾਨ ਮੰਡੀ ਬਹੁਤ ਬੜੀ ਹੈ, ਉਹਦੇ ਨਾਲ ਗਾਹਕ ਵੀ ਬਹੁਤ ਜ਼ਿਆਦਾ ਹੈ, ਮੋਟਰਵੇ ਇੰਟਰਚੇਂਜ ਦੇ ਨਾਲ ਹੈ। ਲੁੱਡਰ ਮੰਡੀ ਵੀ ਬਿਹਤਰ ਹੈ, ਮੱਲੂ ਮੋੜ ਮੰਡੀ ਠੀਕ ਹੀ ਹੈ, ਬਹਾਵਲਪੁਰ ਮੰਡੀ, ਮਦਰਸਾ ਮੰਡੀ ਬਾਵਲ ਨਗਰ, ਲੇਕਿन मुल्तान बेहतर है। मुल्तान इस वास्ते कि सन एक तो नजदीक भी है ते जानवर दी बेहतर मिल जाते हैं। अच्छा, जानवर क्वांटिटी च भी ज्यादा मिल जाते हैं। ठीक हो गया। रेट सब जगह ਇੱਕੋ ਹੀ ਹੈ ਕਿਉਂਕਿ ਗਾਹਕ ਹਰ ਜਗ੍ਹਾ ਜਾਂਦਾ ਹੈ। ਠੀਕ ਹੋ ਗਿਆ। ਜੀ ਸਰ ਜੀ, ਇਸ ਕੰਮ ਦੇ ਵਿੱਚ ਤੁਹਾਡੇ ਹਿਸਾਬ ਨਾਲ ਕੋਈ ਕੀ ਜਿਹੜਾ ਇਹਦਾ ਪੁਆਇੰਟ ਉਹ ਕਿਹੜਾ ਹੈਗਾ? ਕੀ ਪੁਆਇੰਟ ਹੈ ਵੋਲੀਅਮ। ਠੀਕ ਹੈ। ਜਿੰਨਾ ਜ਼ਿਆਦਾ ਵੋਲੀਅਮ ਹੋਏਗਾ ਜੀ, मतलब मेरी गल समझ नंबर ऑफ जानवर अगर फर्ज करो ਤੁਹਾਡੇ ਕੋਲ ਹੈ ਨਹੀਂ ਜਾਨਵਰ 10 ਜਾਂ 12 ਜੀ ਜੀ ਉਹਦੇ ਖੁਦਾ ਨਾ ਖਾਦਾ ਮਤਲਬ ਜਾਨ ਹੈ ਜੀ ਜੀ ਬਿਲਕੁਲ। ਕੋਈ ਇੱਕ ਅੱਧੇ ਦਾ ਕੋਈ ਮਿਸਹੈਪ ਹੋ ਗਿਆ ਤੇ ਫਿਰ ਉਹ ਬੰਦਾ ਪਰੇਸ਼ਾਨ ਹੋ ਜਾਂਦਾ ਕਿ ਯਾਰ ਜਿਹੜਾ ਆਪਣਾ ਉਹ ਜ਼ਿਆਦਾ ਜਾਨਵਰ ਦੇ ਵਿੱਚ ਮਿਸਹੈਪ ਹੋਏ ਤਾਂ ਮਹਿਸੂਸ ਨਹੀਂ ਹੁੰਦਾ, ਲੇਕਿਨ ਥੋੜੇ ਵਾਲੇ ਵੀ ਬਿਹਤਰ ਨੇ। ਮੈਂ ਨਹੀਂ ਕਹਿੰਦਾ ਆਪਣਾ ਹਰਟ ਨਹੀਂ ਕਰ ਰਿਹਾ ਕਿ ਲੋਕ 5-7 ਨਾ ਰੱਖਣ, 5-7 ਵੀ ਦੇਖ ਜਾਂਦੇ ਹੋ ਜੀ, लेकिन अगर तुसी बहुत ज्यादा प्रॉफिट लेना है तो नंबर ऑफ वॉल्यूम ज्यादा क्वांटिटी जितना ज्यादा, चूंकि सारे कई दोस्त पूछते हैं भी कितना प्रॉफिट आंदा है उन्हें जो मैं कहना यार 10 ਤੋਂ 12,000 15 कहना यार कोई प्रॉफिट ही कोई नहीं है। लेकिन जो उन्होंने करके तुसी कैलकुलेशन कि 300 जानवर हर हफ्ते तुसी माशाल्लाह वो ते कच्ची अमाउंट हर हफ्ते अगर तुसी फर्ज करो ਤੁਹਾਡੇ जानवर 40 ਜਾਂਦੇ ਤੇ ਤੁਹਾਨੂੰ 4 ਲੱਖ प्रॉफिट आएगा आराम नाल। फिर वो कहते हैं फिर ठीक है। ਬਾਕੀ ਉਹ ਗੱਲਾਂ ਵੀ 50,000 ਦਿੰਦਾ ਚੱਲ ਉਹ ਕਈ ਦਿੰਦੇ ਨੇ ਲੇਕਿਨ ਘੱਟ ਵੀ ਦਿੰਦੇ ਨੇ, ਐਗਰੀਗੇਟ ਕਰਕੇ ਉਹ ਕੋਈ 10 ਤੋਂ 15,000। ਠੀਕ ਹੋ ਗਿਆ। ਅੱਛਾ ਸਰ, ਹੁਣ ਜਿਹੜਾ ਤੁਸੀਂ ਆਪਣਾ ਇਹਨਾਂ ਨੂੰ ਖਾਣ ਦੀ ਜਿਹੜੀ ਤੁਹਾਡੀ ਰੂਟੀਨ ਹੈ ਉਹਦੇ ਬਾਰੇ ਦੱਸੋ, ਕੀ ਖਿਲਾ ਰਹੇ ਹੋ ਔਰ ਬਦਲੇ ਚ ਵਜ਼ਨ ਕਿੰਨਾ ਲੈ ਰਹੇ ਹੋ? ਸਰ ਸਾਈਲੇਜ ਕਾਸ਼ਤ ਕਰੀਦਾ ਆਪਣਾ। ਠੀਕ ਹੋ ਗਿਆ। ਸਾਈਲੇਜ
ਫਿਰ ਡੰਪ ਕਰਕੇ ਬੰਕਰਾਂ 'ਚ, ਉਹ ਸਾਹਮਣੇ ਬੰਕਰ ਤੁਹਾਨੂੰ ਵਿਖਾਣੇ ਹੋਣੇ, ਬੰਕਰਾਂ ਡੰਪ ਕਰਕੇ ਉਹ मतलब कि तकरीबन 2 ਮਹੀਨੇ ਬਾਅਦ ਤਿਆਰ ਹੋ ਜਾਂਦਾ। ਉਹ ਫਿਰ ਸ਼ੁਰੂ ਕਰ ਦਿੰਦੇ ਇੱਕ ਬੰਕਰ, ਫਿਰ ਦੂਸਰਾ, ਫਿਰ ਤੀਸਰਾ। सही है ਨਾਲ ਵੰਡਾ ਅਸੀਂ ਆਪਣਾ ਆਪ ਬਣਾਉਂਦੇ ਆ। माशाल्लाह ਬਾਜ਼ਾਰੀ ਵੰਡੇ ਉਹ ਪੂਰੀ ਉਹ ਚੀਜ਼ਾਂ ਨਹੀਂ ਪਾਉਂਦੇ ਜਿਹੜੀ ਰਿਕੁਆਇਰਮੈਂਟ ਹੈ जी। ਜਿਹੜਾ ਅਸੀਂ ਆਪਣਾ ਵੰਡਾ ਬਣਾਉਂਦੇ ਆ ਉਹਦੇ ਸੇ ਟੋਟਲੀ ਚੀਜ਼ਾਂ ਜਿਹੜੀਆਂ ਨੇ ਉਹ ਪਾਉਂਦੇ ਆ। ਤੇ ਕਾਸਟ ਵੀ ਹੁੰਦੀ ਕੁਝ ਘੱਟ ਪੈਂਦੀ ਹੈ ਬਾਜ਼ਾਰੀ ਨਹੀਂ, ਕਾਸਟ ਤਕਰੀਬਨ ਬਰਾਬਰ ਪੈਂਦੀ ਉਹ। ਬਲਕਿ ਮੇਰਾ ਤੇ ਖਿਆਲ ਹੈ ਕਿ ਅਗਰ 100 ਰੁਪਏ 200 ਜ਼ਿਆਦਾ ਵੀ ਪੈ ਜਾਏ ਤੇ ਇਹ ਤਾਂ ਪਤਾ ਵੀ ਅਸੀਂ ਕਿਹੜੀ ਚੀਜ਼ ਪਾਈ ਹੈ। ਬਿਲਕੁਲ। ਜਿਹੜੇ ਬਾਜ਼ਾਰ ਚੋਂ ਲਿਆਨੇ ਆ ਉਹ ਡੈਫੀਨਿਟਲੀ ਉਹਨਾਂ ਦੇ ਐਕਸਪੈਂਸਿਸ, ਉਹਨਾਂ ਦੇ ਜਿਹੜੀ ਉਹਨਾਂ ਲੇਬਰ ਕਾਸਟ ਜਾਂ ਬੰਦੇ ਸੇਲ ਰੱਖੇ ਨੇ ਚਾਰਜਸ, ਹਾਂ ਉਹ ਚੀਜ਼ਾਂ ਨਹੀਂ ਪਾਉਂਦੇ। ਵੰਡਾ ਅਸੀਂ ਆਪਣਾ ਆਪ ਬਣਾਉਂਦੇ ਆ। ਠੀਕ ਹੋ ਗਿਆ। ਤੇ ਸਰ ਇਹਦਾ ਜਿਹੜਾ ਤੁਸੀਂ ਵੰਡਾ ਪਾ ਰਹੇ ਹੋ ਕਿੰਨੀ ਕੁਆਂਟੀਟੀ ਚ ਪਾ ਰਹੇ ਹੋ, ਬਦਲੇ ਵਜ਼ਨ ਕਿੰਨਾ ਲੈ ਰਹੇ ਹੋ? ਕੁਆਂਟੀਟੀ ਇਸ ਤਕਰੀਬਨ ਅਸੀਂ 1.5 ਕਿਲੋ ਸਵੇਰ 1.5 ਕਿਲੋ ਸ਼ਾਮ, ਯਾਨੀ ਕਿ 3 ਕਿਲੋ ਵੰਡਾ। ਔਰ ਸੈਲੇਜ ਤੋਲ ਕੇ ਤਾਂ ਖੈਰ ਨਹੀਂ ਪਾਈਦਾ, ਲੇਕਿਨ ਜਿਹੜਾ ਅਸੀਂ ਆਪਣਾ ਇੱਕ ਅੰਦਾਜ਼ਾ ਲਾਇਆ ਹੈਗਾ ਉਹ 12 ਤੋਂ 13 ਕਿਲੋ ਤਿਆਰ ਸੈਲੇਜ। ਤਿਆਰ ਸੈਲੇਜ ਤਿਆਰ ਹੁੰਦਾ, ਕੱਚਾ ਨਹੀਂ। ਕੱਚਾ ਤੇ ਖਾ ਜਾਣਗੇ, ਇੱਕ ਮਣ ਖਾ ਜਾਣਗੇ, 1.5 ਮਣ ਖਾ ਜਾਣਗੇ। ਜੀ ਜੀ। ਤਿਆਰ ਸੈਲੇਜ, ਜੋ ਕਿ ਤਿਆਰ ਸੈਲੇਜ ਵਜ਼ਨ ਹੁੰਦਾ ਹੈ ਉਹ 12 13 14 ਕਿਲੋ। और बदले वजन सर एक वजन फिर वही गल आ गई। कोई ज्यादा कोई वजन गेन करता है 2 किलो, कोई 2.25 किलो, कोई 1.5 किलो, तो कोई ऐसा भी अल्लाह दा नेक हुंदा है जानवर जेड़ा पाइया करदा है। ते सर तुसी ਅਸੀਂ ਰਾਉਂਡ ਅਬਾਊਟ ਕਿਲੋ ਕਰ ਲਈਦਾ। ਤੇ ਚੈੱਕ ਐਂਡ ਬੈਲੈਂਸ ਕੋਈ ਨਹੀਂ ਕਿ ਮਤਲਬ ਤੁਸੀਂ weight ਵਗੈਰਾ ਜਾਂ ਇਸ ਤਰ੍ਹਾਂ ਦਾ ਕੋਈ ਜੀ ਸਾਡੇ ਕੰਡਾ ਪਿਆ ਹੈਗਾ ਤੁਹਾਨੂੰ ਖਾਣੇ ਅਸੀਂ, ਜੇ ਸਾਨੂੰ ਸ਼ੱਕ ਪੈਂਦਾ ਹੈ ਜੀ ਜੀ ਕਿ ਜਾਨਵਰ ਅੱਛੀ ਗਰੋਥ ਨਹੀਂ ਕਰ ਰਿਹਾ ਉਹਦਾ ਅਸੀਂ ਬਕਾਇਦਾ ਵੇਟ ਕਰਦੇ ਹਾਂ। ਠੀਕ ਹੈ। ਤੇ ਜਿਹੜਾ ਬਿਲਕੁਲ ਹੀ ਪਤਾ ਚੱਲਦਾ ਹੈ ਕਿ ਬਿਲਕੁਲ ਵੇਟ ਨਹੀਂ ਕਰ ਰਿਹਾ, ਉਹਨੂੰ ਫਿਰ ਅਸੀਂ ਜਲਦੀ ਕੱਢਣ ਦੀ ਕੋਸ਼ਿਸ਼ ਕਰਨੇ ਆ, ਸੇਲ ਕਰ ਦਿੰਦੇ ਹਾਂ, ਉਹਨੂੰ ਸੇਲ ਕਰ ਦਿੰਦੇ ਆ। ਸਹੀ ਹੈ। ਸਲਾਟਰ ਭੇਜ ਦੇ, ਅਗਰ ਉਹ ਤਿਆਰ ਨਹੀਂ ਹੁੰਦਾ ਤਾਂ ਮੰਡੀ ਭੇਜ ਦੇਈਦਾ। ਜ਼ਬਰਦਸਤ ਸਰ। ਸਰ ਜਿਹੜੇ ਸਾਡੇ ਨਿਊ ਵੀਵਰਸ ਇਹ ਵੀਡੀਓ ਵੇਖ ਰਹੇ ਨੇ ਜੀ ਉਹਨਾਂ ਲਈ ਕੋਈ ਆਖਿਰ ਚ ਆਪਣਾ ਮਸ਼ਵਰਾ ਦੇਣਾ ਚਾਹੋ ਅਗਰ ਇਸ ਕੰਮ ਚਾਹਣ ਤੇ ਕਿਸ ਹਿਸਾਬ ਨਾਲ ਆਣ, ਕਿਹੜਾ ਕੰਮ ਉਹਨਾਂ ਨੂੰ ਬਿਹਤਰ ਸਮਝਣਾ ਚਾਹੀਦਾ? ਸਰ ਮਸ਼ਵਰਾ, ਚੁੱਕਿ ਮੈਂ ਮਸ਼ਵਰਾ ਤੇ ਉਹੀ ਹੁੰਦਾ ਹੈ ਬਿਹਤਰ ਜਿਹੜਾ ਬੰਦਾ ਖੁਦ ਕਰ ਰਿਹਾ ਹੋਵੇ। ਬਿਲਕੁਲ ਬੇਸ਼ੱਕ। ਮੈਂ ਖੁਦ ਇਹ ਕੰਮ ਕਰ ਰਿਹਾ ਹਾਂ ਤੇ ਮੈਂ ਬਹੁਤ ਅੱਛਾ ਨੂੰ ਪਾਇਆ ਮਾਸ਼ਾਅੱਲਾ। ਮਤਲਬ ਕਿ ਬਾਕੀ ਹਰ ਕੰਮ ਦੇ ਵਿੱਚ ਕੋਈ ਨਾ ਕੋਈ ਹੁੰਦੇ ਨੇ ਪ੍ਰੋਬਲਮਸ। ਬਿਲਕੁਲ। ਤੇ ਇਹ ਇੱਕ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਮੇਰਾ ਸ਼ੌਕ ਵੀ ਸੀ, ਤੇ ਜੇ ਸ਼ੌਕ ਕਾਰੋਬਾਰ ਨਾ ਮਿਲ ਜਾਵੇ ਤੇ ਫਿਰ ਅੱਲਾਹ ਤਾਲਾ ਵੀ ਬਰਕਤ ਪਾਉਂਦਾ ਹੈ। ਤੇ तमाम ਵੀਰਸ ਮੈਂ ਕਹਾਂਗਾ ਕਿ ਇਹ ਕੰਮ ਕਰਨ, ਬਹੁਤ ਅੱਛਾ ਕੰਮ ਹੈ। ਜ਼ਬਰਦਸਤ। ਇਹਦੇ ਚ ਕੋਈ ਜ਼ਿਆਦਾ ਕੋਈ ਰਾਕਟ ਸਾਇੰਸ ਨਹੀਂ ਹੈ। ਜੀ ਜੀ ਜੀ। ਮਿਲਕਿੰਗ ਦੇ ਕੰਮ ਤੋਂ ਇਹ ਬਹੁਤ ਆਸਾਨ ਹੈ। ਬਿਲਕੁਲ। ਜਿਹੜਾ ਮੇਨ ਕੁਐਸਚਨ ਹੈ ਕਾਫੀ ਸਾਰੇ ਸਾਡੇ ਵੀਵਰਸ ਜਿਹੜੇ ਨੇ ਮੇਰੇ ਜਿਹੜੇ ਉਹ ਇਹੀ ਪੁੱਛਦੇ ਆ ਕਿ ਭਾਈ ਮਿਲਕਿੰਗ ਦਾ ਕੰਮ ਬਿਹਤਰ ਹੈ ਜਾਂ ਇਸ ਜਾਨਵਰ? ਸਰ ਮਿਲਕਿੰਗ ਵੀ ਉਹ ਦੁੱਧ ਅੱਲਾਹ ਦਾ ਨੂਰ ਹੈ, ਕਹਿਣਾ ਤਾਂ ਨਹੀਂ ਚਾਹੀਦਾ, ਲੇਕਿਨ ਉਹ ਜਿਹੜੇ ਲੋਕ ਕਰ ਰਹੇ ਨੇ ਠੀਕ ਉਹਨਾਂ ਨੂੰ ਕਰ, ਲੇਕਿਨ ਮੈਨੂੰ ਉਹ ਕੰਮ ਸਮਝ ਨਹੀਂ ਆਇਆ। ਮਤਲਬ ਅਗਰ ਇੱਥੇ ਇੰਨਾ ਕੋ 300 ਜਾਨਵਰ ਹੁੰਦਾ ਮਿਲਕਿੰਗ ਦਾ ਤੇ ਮੇਰੇ ਖਿਆਲ ਨਾਲ ਤੁਹਾਨੂੰ ਹਰ ਪਾਸੇ ਬੰਦੇ ਨਜ਼ਰ ਆਉਣੇ ਸਨ। ਕੋਈ ਚਵਾਈ ਕਰ ਰਿਹਾ ਹੈ ਤੇ ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ, ਤੇ ਇਹਦੇ ਚ ਪ੍ਰੋਬਲਮ ਨਹੀਂ ਹੈ। ਮਾਸ਼ਾਅੱਲਾ। ਸਰ ਇੱਕ ਸਵਾਲ ਜਿਹੜਾ ਉਹ ਲਾਸਟ ਤੇ ਰਹਿ ਗਿਆ ਸੀ, ਉਹ ਅਸੀਂ ਪੁੱਛਦੇ ਕਿ ਜਿਹੜਾ ਇਹਨਾਂ ਦੀ ਸੇਲ ਦਾ ਜਿਹੜਾ ਤਰੀਕਾਕਾਰ ਹੈ ਉਹਦੇ ਬਾਰੇ ਵਜ਼ਾਹਤ ਨਾਲ ਦੱਸ ਦਿਓ ਕਿ ਇੱਕ ਗੱਡੀ 'ਚ ਕਿੰਨਾ ਕੁ ਮਾਲ ਆਉਂਦਾ ਤੇ ਕਿਹੜੀ ਜਗ੍ਹਾ ਤੇ ਸੇਲ ਹੁੰਦਾ, ਪੇਮੈਂਟ ਦਾ ਕੀ ਸ਼ਡਿਊਲ ਹੈ, ਜ਼ਰਾ ਵਜ਼ਾਹਤ ਨਾਲ। ਇੱਕ ਗੱਡੀ ਦੇ ਵਿੱਚ ਅਰਾਊਂਡ 15 ਤੋਂ 16 ਜਾਨਵਰ ਆਉਂਦੇ ਨੇ। ਠੀਕ ਹੈ। ਬੜੀ ਜਿਹੜਾ ਉਹ ਹੁੰਦਾ ਮਜ਼ਦਾ 22 ਫੁੱਟਾ। ਠੀਕ ਹੈ। ਉਹ ਅਸੀਂ ਤੋਂ ਮੁਲਤਾਨ ਤੋਂ ਭੇਜਦੇ ਹਾਂ ਲਾਹੌਰ ਜੀ। ਰਾਵਨ ਰੋਡ ਤੇ ਹਨ ਫੈਕਟਰੀਆਂ, ਸਲਾਟਰ ਫੈਕਟਰੀਆਂ। ਠੀਕ ਹੈ। ਤੇ ਉਹਦੇ ਚੋਂ ਜਿਹੜੇ ਅੱਛੇ ਘਰ ਨੇ ਅਸੀਂ ਉਹਨਾਂ ਨੂੰ ਦੇਈਦਾ। ਉਹ ਤਕਰੀਬਨ ਇੱਕ ਹਫਤੇ ਦੇ ਵਿੱਚ ਪੇਮੈਂਟ ਕਰ ਦਿੰਦੇ ਨੇ। लेकिन अगर कि ज्यादा उन्होंने रिक्वेस्ट करिए तो दूसरे दिन भी पेमेंट कर देंगे। ठीक हो गया सर। ਇਹ ਸਵਾਲ ਕੁਐਸਚਨ ਪੁੱਛਣ ਦਾ ਅਸਲ ਮਕਸਦ ਹੈ ਸੀ ਕਿ ਕਾਫੀ ਸਾਰੇ ਭਾਈ ਸਾਡੇ ਕੋਲ ਇਹ ਪੁੱਛ ਰਹੇ ਸਨ ਕਿ ਬਈ ਕਿਸ ਕੁਆਂਟੀਟੀ ਚ ਕੰਮ ਕਰਨਾ ਚਾਹੀਦਾ, ਤੇ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹ ਰਹੇ ਹਾਂ ਕਿ ਅਗਰ मतलब उन्होंने 2 ਗੱਡੀਆਂ ਦਾ ਮਾਲ ਬਣਾਉਣਾ ਤੇ ਕਮ ਸੇ ਕਮ 30 ਬਛੜੇ ਰੱਖੋ। हाँ जी, कम से कम 30 रखो। अगर एक ਗੱਡੀ ਦਾ ਮਾਲ ਬਣਾਉਣਾ ਤੇ ਕਮ ਸੇ ਕਮ 15 ਬਛੜੇ ਹੋ। 15 रखना बिल्कुल सही। ठीक हो गया। लेकिन फिर मैं आखिर तक कहूंगा कि वॉल्यूम जितना ज्यादा होएगा उतना बेहतर है। उतना बेहतर है बजाय कि एक गड्डी रख के तुसी 3 महीने बाद पैसे शक्ल रखोगे। हाँ जी हाँ जी। अगर नंबर ऑफ जानवर ज्यादा होने ने जिवें तुसी बनाया है अपना हफ्ता वाइज, अगर वो सर्कल बन जाए वो तो फिर क्या ही बात है। यानी फिर तुसी पैसे दा मुंह हर हफ्ते देखो। हर हफ्ते। ठीक होगा सर, बहुत शुक्रिया, थैंक यू जी। तो फ्रेंड्स ये थी आज की वीडियो, उम्मीद करते हैं आपको आज की वीडियो अच्छी लगी होगी। इंशाल्लाह नेक्स्ट वीडियो में आपके साथ मुलाकात करेंगे, तब तक अपने दोस्त शेख अब्बास को दीजिए इजाजत। अल्लाह हाफिज।